ਹੈਲੋ एवरीवन, ਤੁਹਾਡਾ ਸਾਰਿਆਂ ਦਾ ਸਵਾਗਤ ਹੈ YouTube ਚੈਨਲ ਸਿਮਰਨ ਐਡੂਕਾਮ ਦੇ ਉੱਪਰ। ਤਾਂ ਅੱਜ ਜਿਹੜਾ ਆਪਣੇ ਕੋਲੇ ਪੀਟੈਟ 2023 ਦੇ ਵਿੱਚ ਜਿਹੜਾ ਤੁਹਾਡਾ ਰਿਜ਼ਲਟ ਆਇਆ ਸੀਗਾ, ਉਹਦੀ ਇੱਕ ਜਿਹੜੀ ਫਾਈਨਲ ਆਨਸਰ ਕੀ ਹੈ, ਜਿਸ ਆਧਾਰ 'ਤੇ ਜਿਹੜਾ ਰਿਜ਼ਲਟ ਤਿਆਰ ਕੀਤਾ ਗਿਆ। ਅੱਜ ਆਪਾਂ ਉਹ ਆਨਸਰ ਕੀ ਜਿਹੜੀ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਜਿਹੜੇ ਪੇਪਰ ਦੇ ਵਿੱਚ ਇਹ ਆਪਾਂ ਕਰਨ ਜਾ ਰਹੇ ਹਾਂ, ਜਿਹੜਾ ਪੇਪਰ ਆਪਣਾ ਕੀ ਹੋਇਆ ਸੀਗਾ, ਪੀਟੈਟ ਦਾ ਪੇਪਰ ਹੋਇਆ ਸੀਗਾ ਪੇਪਰ 2, ਔਰ ਰੀਕੰਡਕਟ ਕਰਵਾਇਆ ਗਿਆ ਸੀ ਸਰਕਾਰ ਵੱਲੋਂ 30 ਅਪ੍ਰੈਲ ਨੂੰ। ਜਿਹੜਾ 30 ਅਪ੍ਰੈਲ ਨੂੰ ਜਿਹੜਾ ਪੇਪਰ ਕਰਵਾਇਆ ਗਿਆ ਸੀਗਾ, ਉਸ ਦੀ ਆਪਾਂ ਕਰਨ ਜਾ ਰਹੇ ਹਾਂ। 2023 ਦੇ ਵਿੱਚ ਕਰਵਾਇਆ ਹੋਇਆ ਪੇਪਰ ਇਹ ਅਫੀਸ਼ੀਅਲ ਆਨਸਰ ਕੀ ਆਪਾਂ ਹੁਣ ਡਿਸਕਸ ਕਰਾਂਗੇ, ਔਰ ਸਿਰਫ ਇਹਦੇ ਵਿੱਚ ਇਕੱਲੇ ਆਨਸਰ ਹੀ ਦੱਸੇ ਜਾਣਗੇ। ਜਿਹੜੇ ਕੁਐਸਚਨ ਜਿਹੜੇ ਇਹਦੇ ਵਿੱਚ ਕੀ ਹੋਣਗੇ, ਉਹਨਾਂ ਦੇ ਆਨਸਰ ਕਿਵੇਂ ਆਏ ਆ, ਉਹਦੀ 'ਤੇ ਆਪਾਂ ਅਲੱਗ ਡਿਸਕਸ ਕਰਾਂਗੇ। ਉਹਦੀ ਇੱਕ ਵੀਡੀਓ ਜਿਹੜੀ ਕੀ ਹੋਊਗੀ, ਅਲੱਗ ਹੋਊਗੀ। ਤਾਂ ਇਹਦੇ ਵਿੱਚ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਆਪਣੇ ਕੋਲ ਹੋਣਗੇ ਫਸਟ 90 ਕੁਐਸਚਨ, ਪਹਿਲੇ 90 ਕੁਐਸਚਨ, ਜਿਹਦੇ ਵਿੱਚ ਆਪਣੇ ਕੋਲ 30 ਕੁਐਸਚਨ ਆ ਜਾਣਗੇ CDP ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ, ਐਂਡ ਨਾਲ ਆਪਣੇ ਕੋਲ ਇੰਗਲਿਸ਼ ਦੇ 30 ਕੁਐਸਚਨ ਆ ਜਾਣਗੇ, ਔਰ ਆਪਣੇ ਕੋਲ 30 ਕੁਐਸਚਨ ਕੀ ਆਣਗੇ ਪੰਜਾਬੀ ਦੇ। ਤਾਂ ਉਹਨਾਂ ਦੇ ਆਪਾਂ ਇਕੱਲੇ ਆਨਸਰ ਤੁਹਾਨੂੰ ਅਫੀਸ਼ੀਅਲੀ ਜਿਹੜੇ ਆ ਉਹ ਦੱਸਾਂਗੇ। ਤਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਪ੍ਰੀਵੀਅਸ ਜਿਹੜੇ ਜਿੰਨੇ ਵੀ ਕੁਐਸਚਨ ਪੇਪਰ ਹੈ ਪੀਟੈਟ ਦੇ ਨਾਲ ਸੰਬੰਧਿਤ ਹੈ, ਪਾਰਟੀਕੂਲਰ ਸਾਇੰਸ ਅਤੇ ਮੈਥ ਦੇ, ਉਹ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ। ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਤਾਂ ਆਪਾਂ ਅੱਜ ਤੱਕ ਦਾ ਜਿਹੜੀ ਵੀਡੀਓ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਕੀ ਸੀਗਾ, ਅਕੋਰਡਿੰਗ ਟੂ ਪਿਆਗੇਜ਼ ਡਿਵੈਲਪਮੈਂਟ ਥਿਊਰੀ at which stage the child learner learns to deal with the concept and idea that exist only in the mental term। ਜਿਹੜਾ ਫਸਟ ਕੁਐਸਚਨ ਸੀਗਾ, ਤੇਰੀਆਂ 4 ਆਪਸ਼ਨ ਦਿੱਤੀਆਂ ਸੀ, ਕੰਕਰੀਟ ਆਪਰੇਸ਼ਨ, ਫਾਰਮਲ ਆਪਰੇਸ਼ਨ ਅਤੇ ਪ੍ਰੀ ਆਪਰੇਸ਼ਨ ਅਤੇ ਸੈਂਸਰੀ ਮੋਟਰ ਸਟੇਜ। ਤਾਂ ਫਸਟ ਕੁਐਸਚਨ ਇਹਨਾਂ ਨੇ ਗਲਤ ਮੰਨਿਆ, ਔਰ ਇਸ ਕੁਐਸਚਨ ਦਾ ਆਪਾਂ ਨੂੰ ਕੀ ਮਿਲਿਆ ਹੋਇਆ, ਗ੍ਰੇਸ ਮਾਰਕਸ। ਅਤੇ ਇਹਦੇ ਵਿੱਚ ਫਸਟ ਕੁਐਸਚਨ ਹੀ ਸੀਗਾ, ਗ੍ਰੇਸ ਮਾਰਕਸ ਤੁਹਾਡਾ ਬਣੂਗਾ। ਇਸ ਕੁਐਸਚਨ ਦਾ ਕੋਈ ਪ੍ਰੋਪਰ ਆਨਸਰ ਨਹੀਂ ਗਾ। ਔਰ ਇਹ ਆਪਣੇ ਕੋਲ ਜਿਹੜਾ ਇੱਕ ਹੋਰ ਦੱਸਣਾ ਚਾਹੁੰਦਾ, ਜਿਹੜਾ ਆਪਾਂ ਕਰਦੇ ਪਏ ਇਹ ਸੈੱਟ A ਆ, ਸੈੱਟ A ਨੂੰ ਆਪਾਂ ਇੱਥੇ ਡਿਸਕਸ ਕਰਾਂਗੇ। ਤਾਂ ਫਸਟ ਕੁਐਸਚਨ ਦਾ ਗ੍ਰੇਸ ਮਾਰਕ ਆ ਗਿਆ। ਸੈਕੰਡ ਕੁਐਸਚਨ ਸੀਗਾ, ਦ ਟੀਚਰ ਗਿਵ ਦ ਹਿੰਟਸ ਇਨ ਦੀ ਕਲਾਸਰੂਮ ਟੂ ਹੈਲਪ ਦਾ ਸਟੂਡੈਂਟ ਇਨ ਸੋਲਵਿੰਗ ਦਾ ਪ੍ਰੋਬਲਮ ਵਿਚ ਟੈਕਨੀਕ ਇਜ਼ ਬੀਇੰਗ ਯੂਜ਼ਡ ਬਾਏ ਦਾ ਟੀਚਰ। ਤਾਂ ਕਿਹੜੀ ਤਕਨੀਕ ਹੈ, ਮੈਟਾਕੋਗਨੀਸ਼ਨ, ਸਿਮੀਲੇਸ਼ਨ, ਅਕਮੋਡੇਸ਼ਨ ਜਾਂ ਸਕੈਫੋਲਡਿੰਗ। ਤਾਂ ਦੂਸਰੇ ਦਾ ਆਨਸਰ ਕੀ ਆਪਣੇ ਕੋਲ ਆ ਗਿਆ, D ਆਪਸ਼ਨ। ਥਰਡ ਕੁਐਸਚਨ ਕੀ ਹੈ, ਦ ਥਿੰਕਿੰਗ, ਮੈਮਰੀ, ਇਮੈਜੀਨੇਸ਼ਨ, ਕ੍ਰੀਏਟਿਵਿਟੀ ਐਂਡ ਪਰਸੈਪਸ਼ਨਸ ਆਰ ਰਿਲੇਟਡ ਟੂ ਵਿਚ ਟਾਈਪ ਆਫ ਦਾ ਡਿਵੈਲਪਮੈਂਟ, ਮੋਟਰ ਡਿਵੈਲਪਮੈਂਟ, ਲੈਂਗੁਏਜ ਡਿਵੈਲਪਮੈਂਟ, ਮੋਰਲ ਡਿਵੈਲਪਮੈਂਟ ਜਾਂ ਸੋਸ਼ਲ ਡਿਵੈਲਪਮੈਂਟ। ਦਾ ਜਿਹੜਾ ਥਰਡ ਕੁਐਸਚਨ ਹੈ, ਇਹਦਾ ਆਨਸਰ ਕੀ ਆਪਣੇ ਕੋਲ ਆ ਜਾਂਦਾ ਹੈ, B ਆਪਸ਼ਨ, ਲੈਂਗੁਏਜ ਡਿਵੈਲਪਮੈਂਟ। ਤਾਂ ਨੈਕਸਟ ਕੁਐਸਚਨ ਆਪਣੇ ਕੋਲ ਆਇਆ ਕੁਐਸਚਨ 4, ਵਿਚ ਆਫ ਦਾ ਫੋਲੋਇੰਗ ਇਜ਼ ਅ ਪਰਪਜ਼ ਆਫ ਸਮੇਟਿਵ ਅਸੈਸਮੈਂਟ। ਸਮੇਟਿਵ ਅਸੈਸਮੈਂਟ ਦਾ ਪਰਪਜ਼ ਕੀ ਹੁੰਦਾ ਹੈ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ, ਸਹੀ ਆਨਸਰ ਮੰਨਿਆ ਹੋਇਆ ਉਹਨਾਂ ਨੇ ਇਹ, ਫੋਕਸ ਔਨ ਦਾ ਪ੍ਰੋਡਕਟ ਆਫ ਲਰਨਿੰਗ। Next question number 5th, evaluation is the school in a school that cover all aspects of learner's development is known as। ਕੀ ਉਹਨੂੰ ਕਹਾਂਗੇ, continuous and cognitive evaluation, continuous and comprehensive evaluation, consistent and comprehensive evaluation ਜਾਂ consistent and cognitive evaluation। ਤਾਂ ਜਿਹੜਾ 5th ਕੁਐਸਚਨ ਹੈ, ਇਹਦਾ ਆਨਸਰ ਕੀ ਆਪਣੇ ਕੋਲ ਆ ਜਾਏਗਾ, B continuous and comprehensive evaluation। ਨੈਕਸਟ ਕੁਐਸਚਨ ਆਪਣੇ ਕੋਲ ਆਇਆ ਕੁਐਸਚਨ ਨੰਬਰ 6th, in which of the term proximodistal sequence is used, growth, development, measurement ਜਾਂ assessment। ਤਾਂ ਬਿਲਕੁਲ ਈਜ਼ੀ ਸੀਗਾ। ਤਾਂ 6 ਦੀ ਆਪਸ਼ਨ ਆਪਣੇ ਕੋਲ ਕੀ ਆ ਗਈ, B ਆਪਸ਼ਨ, ਡਿਵੈਲਪਮੈਂਟ ਦੇ ਵਿੱਚ ਆ ਗਿਆ। 7th, what kind of change brought by development are very difficult to measure, qualitative, quantitative, general to specific ਜਾਂ specific to general। ਤਾਂ 7th ਕੁਐਸਚਨ ਦਾ A ਹੈ, ਜਿਹੜੀ ਕੁਆਲੀਟੇਟਿਵ ਚੇਂਜ ਉਹਨੇ ਵਿੱਚ ਕਾਊਂਟ ਕੀਤੀ ਸੀ। ਕੁਐਸਚਨ ਨੰਬਰ 8 ਆਪਣੇ ਕੋਲ ਕੀ ਹੈ, ਦ ਲਾ ਆਫ ਹੈਰੀਡਿਟੀ ਆਰ ਪ੍ਰਪਾਊਂਡਡ ਬਾਏ। ਜਿਹੜਾ ਲਾ ਆਫ ਹੈਰੀਡਿਟੀ ਸੀ, ਕਿਹਨੇ ਪ੍ਰਪਾਊਂਡ ਕੀਤਾ, ਥੋਰਨਡਾਈਕ, ਮੈਂਡਲ, ਪਾਵਲੋਵ ਜਾਂ ਸਕਿਨਰ। ਤਾਂ ਇਹਦਾ ਸਹੀ ਆਨਸਰ ਕੀ ਹੈ ਆਪਣੇ ਕੋਲੇ, 8 ਦਾ B ਆਪਸ਼ਨ ਜਿਹੜਾ ਹੈਗਾ ਹੈ, ਮੈਂਡਲ। ਨੈਕਸਟ ਕੁਐਸਚਨ ਨੰਬਰ 9th ਕੀ ਹੈ, ਇਨ ਏ ਕਲਾਸਰੂਮ ਔਨ ਆਸਕਿੰਗ ਦ ਕੁਐਸਚਨ ਏ ਟੀਚਰ ਇਜ਼ ਮੋਰ ਵਿਲਿੰਗ ਟੂ ਲਿਸਨ ਟੂ ਐਂਡ ਐਕਸੈਪਟ ਦ ਆਨਸਰ ਫਰੋਮ ਦ ਮੇਲ ਸਟੂਡੈਂਟ ਰੈਦਰ ਦੈਨ ਦ ਕਾਊਂਟਰ ਪਾਰਟਸ, ਵਿਚ ਟਾਈਪ ਆਫ ਟੀਚਰਸ ਬਿਹੇਵੀਅਰ ਇਜ਼ ਡਿਪਿਕਟਡ ਥਰੂ ਦਾ ਸਟੇਟਮੈਂਟ। ਤਾਂ ਇਹਦੇ ਵਿੱਚ ਜਿਹੜਾ ਪ੍ਰਸ਼ਨ ਪੁੱਛਣ 'ਤੇ ਇੱਕ ਅਧਿਆਪਕ ਨਾਲ ਵਿਦਿਆਰਥੀ ਤੋਂ ਉੱਤਰ ਸੁਣਨ ਅਤੇ ਮੰਨਣ ਦਾ ਜ਼ਿਆਦਾ ਇੱਛੁਕ ਹੈ, ਬਜਾਏ ਕਿ ਉਹ ਕਾਊਂਟਰ ਪਾਰਟ ਵਿਦਿਆਰਥੀ ਜਿਹੜੇ ਉਹਦੇ ਹਮ ਰੁਤਬਾ ਯਾਨੀ ਕਿ ਦੂਸਰੇ ਤੋਂ, ਗਰਲਸ ਤੋਂ, ਜਿਹਨੂੰ ਆਪਾਂ ਬੋਲਦੇ ਹਾਂ। ਤਾਂ ਇਹਦੇ ਵਿੱਚ ਕਿਸ ਵਤੀਰੇ ਨੂੰ ਦਰਸਾਉਂਦਾ ਹੈ। ਤਾਂ ਇਹਦਾ ਜਿਹੜਾ ਕੁਐਸਚਨ ਨੰਬਰ 9th ਹੈ, 9 ਦਾ ਆਨਸਰ ਕੀ ਮੰਨਿਆ ਉਹਨਾਂ ਨੇ, B ਲਿੰਗ ਪੱਖਪਾਤ। ਤਾਂ B ਆਪਸ਼ਨ ਇਹਦਾ ਰਾਈਟ ਆਨਸਰ। 10th ਹੈਗਾ ਕਿ ਏ ਪਰਸਨ ਪੋਜੈਸਿੰਗ ਵੈਲ ਡਿਵੈਲਪਡ ਵਰਬਲ ਸਕਿੱਲ, ਸੈਂਸਿਟੀਵਿਟੀ ਟੂ ਸਾਊਂਡ ਵਰਡਸ ਕੁਡ ਹੈਵ ਏ ਕੈਰੀਅਰ ਐਜ਼। ਤਾਂ ਇਹਦਾ ਕੀ ਕੁਐਸਚਨ ਦਾ ਆਨਸਰ ਹੈ, D ਆਪਸ਼ਨ, ਲੇਅਰਸ। ਲਾਇਰਸ ਜਿਹੜਾ ਆਉਂਦਾ, ਵਕੀਲ ਦਾ ਜਿਹੜਾ ਪੇਸ਼ਾ ਉਹ ਬਣਾ ਸਕਦਾ ਹੈ। ਠੀਕ ਹੈ। ਕੁਐਸਚਨ ਨੰਬਰ 11th ਕੀ ਹੈ, ਅਕੋਰਡਿੰਗ ਟੂ ਵਿਚ ਥਿਊਰੀ
टीचर एंड स्टूडेंट शुड एंगेज इन एन एक्टिव डायलॉग। कहता कि किहड़ी थ्योरी के अकॉर्डिंग जो टीचर तो स्टूडेंट क्रियाशील वार्तालाप करनी चाहिए है। तो यदा ऑप्शन जो 11वें दिता गया है सी ऑप्शन सोशल कंस्ट्रक्टिविस्ट। तो ये कल्ले मैं क्वेश्चन के आंसर ही दस रहा उन्होंने आंसर किमें आए है। तो ये आप बाद वीडियो डिस्कस करांगे और तुम इस वीडियो में पॉज करके पहले आप खुद रीड करो फिर वो आंसर जोड़ा देने की कोशिश करो। क्वेश्चन नंबर 12 की नेम द कोड ऑफ द टीचिंग दे रेफर टू शेपिंग द कंडक्ट एंड स्किल। तो क्वेश्चन नंबर 12 का की मन्या गया है बी ऑप्शन ट्रेनिंग। नैक्सट अपने को है क्वेश्चन नंबर 13 इन द ट्राईपोलर प्रोसैस ऑफ टीचिंग फॉलोइंग 3 पोल्स आर इंटरकनैक्टेड सैप्ट। तो इन्होंने किहड़े है किहड़ा नहीं है तो सी ऑप्शन द बिल्डिंग। इस तो बाद अपने को क्वेश्चन नंबर 14 की आ गया अकॉर्डिंग टू मास्लोव्स थ्योरीज ऑफ मोटिवेशन लोअर लैवल ऑफ ह्यूमन नीड्स इनएनेट्स फ्रॉम। तो ये की आएगा डी ऑप्शन 14 क्वेश्चन का की है फिजियोलॉजिकल जड़ियाँ वह नीड्स होणगियां। क्वेश्चन नंबर 15 की है द बिहेवियर चेंज प्राउट अबाउट बाय फैक्टर लाइक फैटिग जी आ गई है ड्रग्स आ गया इलनैस आ गया मैच्योरेशन और इमोशनल सिचुएशनस आर एक ही होणगे। तो इस क्वेश्चन का आंसर आ ये आएगा ट्रांजिस्ट्री इन नेचर। नैक्सट क्वेश्चन अपने को की है 16th ए चाइल्ड एज ए प्रॉब्लम सॉल्वर एवैल्यूएट द ट्रुथ विच काइंड ऑफ थिंकिंग यूज बाय चिल्ड्रन। एक बच्चा मुश्किल हल करन दे तौर पर सच्चाई का मुलांकन करता बच्चा किस सोच का वरतों करता पाया। तो इस क्वेश्चन के जो 2 आंसर सही मन्ने गए हैं। क्वेश्चन नंबर ए लॉजिकल थिंकिंग जी ऑप्शन ए है एंड डी आलसो रीजनिंग थिंकिंग। तो 2 ऑप्शन जिन्हें स्टूडेंट्स ने ए लाया वह भी ठीक मन्या जाएगा और जिन्हें डी लाया उसका भी ठीक मन्या जाएगा। क्वेश्चन नंबर अपने को नैक्सट है 17 विच टाइप ऑफ रीइनफोर्समेंट इज़ गिवन एट वेरिंग इंटरवल ऑफ टाइम और आफ्टर ए वेरिंग नंबर ऑफ रिस्पॉन्स। तो यदा की अपने को है 17वें का डी वेरीएबल रीइनफोर्समेंट। क्वेश्चन नंबर 18 की है एन एलीमेंट्री टीचर ऑर्गेनाइज गेम्स एंड स्पोर्ट्स टू इनकर द इंटरैक्शन अमंग द स्टूडेंट इन ए ग्रुप द लर्निंग स्ट्रैटेजी यूज बाय द टीचर। तो कि लर्निंग स्ट्रैटेजी जी यूज होंगी टीचर द्वारा। तो यदा अपने को की ऑप्शन आएगा सी कोऑपरेटिव लर्निंग। ये बिल्कुल फिशली आंसर की है जी कि उन्होंने अपने को जिस आधार पर क्वेश्चन का जो आंसर आ जो रिजल्ट आ तैयार किया है। तो नैक्सट अपने को की है क्वेश्चन नंबर 19 अकॉर्डिंग टू विगोस्की द डिफरेंस बिटवीन द चाइल्ड कैन डू ऑन हिज ओन एंड वट कैन बी अकम्पलिश्ड विद द सम डिस्टेंस इज रेफर्ड एज। तो इनू आप बोलांगे 19वें क्वेश्चन का जो आंसर है बी ऑप्शन जोन ऑफ प्रॉक्सीमल डिवेलपमेंट। ठीक है। नैक्सट अपने को की है क्वेश्चन नंबर 20 वट इज़ प्रीमाइस ऑफ इनकलूसिव एजुकेशन। तो की आधार की है इनकलूसिव एजुकेशन का अपने को 20 का की है सी ऑप्शन एजुकेशन इज द बेसिक ह्यूमन राइट। ठीक है। नैक्सट अपने को की है क्वेश्चन नंबर 21 राधा हैज़ एडुकेट इंटैलिजेंट एंड अटेंड क्वालिटी स्कूल विद नो हिंड्रेंस बट स्टिल हैज़ डिफिकल्ट इन कैलकुलेशन लॉजिकल एंड मैथमेटिकल फ्रॉम विच टाइप ऑफ लर्निंग डिसेबिलिटी इज़ राधा सफरिंग। तो राधा की जी लर्निंग डिसेबिलिटी है वो कि हैगी है। राधा को काफ़ी बुद्धि बिना किसी रुकावट के चंगे स्कूल भी पढ़ती पर हाले भी उसनों हिसाब तर्क हिसाबी मामले में दिक्कत आती है। तो इस क्वेश्चन का जो 21वां क्वेश्चन सीगा इस क्वेश्चन का जो आंसर आना सी मन्या सही डिस कैलकुआ। ठीक है। नैक्सट अपने को की आ गया क्वेश्चन नंबर 22 वट ए लर्निंग स्ट्रैटेजी इज़। तो जी एक लर्निंग स्ट्रैटेजी अपने को वो की है क्वेश्चन नंबर प्लान टू फार्मूलेट बाय द स्टूडेंट टू अचीव लॉन्ग टर्म गोल बाय एडमिनिस्ट्रेशन टू अचीव लॉन्ग टर्म गोल बाय टीचर या बाय मैनेजमेंट। बाकी सारा सेम सीगा। तो क्वेश्चन नंबर 22 जो आंसर सही आंसर जोड़ा मन्या गया वो ए ऑप्शन जी आप सही जी उन्होंने सही मनी है बाई फ्यूचर आंसर के। क्वेश्चन नंबर 23 की है क्वेश्चन नंबर 23 इफ़ ए चाइल्ड गिफ्टेड स्टूडेंट इज़ अलाउड टू मूव थ्रू 2 grade level in a single year or to skip a grade level altogether or to enter the high school or even college before age typical permits it stands for। तेनों आपां की बोलांगे क्वेश्चन नंबर 23 दे विच इहदी ऑप्शन की है ए ऑप्शन एक्सेलरेटिंग इंस्ट्रक्शंस आ गई अपने को। क्वेश्चन नंबर नैक्सट 24 की है ए चाइल्ड हियर नो स्पीच साउंड एट नॉर्मल कन्वर्सेशनल लेवल आइडेंटिफाई द लेवल ऑफ हियरिंग लॉस। तो की होगा क्वेश्चन नंबर 24 का सी ऑप्शन 60 to 80 डोलवे। नैक्सट अपने को किया गया क्वेश्चन नंबर 25 क्वेश्चन नंबर 25 है
ਉਹ ਕੀ ਆ, IDA ਸਟੈਂਡ ਫਾਰ ਇੰਡੀਵਿਜੂਅਲ ਵਿਦ ਡਿਫਰੈਂਟ ਐਜੂਕੇਸ਼ਨ ਐਕਟ, ਡਿਸੇਬਿਲਟੀ ਐਜੂਕੇਸ਼ਨ ਐਕਟ, ਡਿਸੇਬਿਲਟੀ ਐਜੂਕੇਸ਼ਨਲ ਐਕਟ ਫਿਰ ਇਹਦੇ ਵਿੱਚ ਆ ਗਿਆ, ਜਾਂ ਡਿਸੇਬਲਡ ਐਜੂਕੇਸ਼ਨ ਐਕਟ। ਤਾਂ ਕੁਐਸਚਨ ਨੰਬਰ 25 ਜਿਹੜਾ ਸੀਗਾ ਇਹ ਤੁਹਾਡਾ ਕੀ ਉਹਨਾਂ ਨੇ ਮੰਨਿਆ ਹੋਇਆ, ਗ੍ਰੇਸ ਮਾਰਕਿੰਗ। ਇਹਦੇ ਵਿੱਚ ਕੋਈ ਆਪਸ਼ਨ ਕਹਿੰਦੇ ਸਹੀ ਨਹੀਂ ਹੈ, ਤਾਂ ਗ੍ਰੇਸ ਮਾਰਕ ਜਿਹੜਾ ਤੁਹਾਨੂੰ ਇਸ ਕੁਐਸਚਨ ਦਾ ਜਿਹੜਾ ਮਿਲੇਗਾ। ਇਸ ਕੁਐਸਚਨ ਦਾ ਸਹੀ ਆਨਸਰ ਕੀ ਹੈ ਜਾਂ ਕੁਐਸਚਨ ਦੀ ਮਿਸਟੇਕ ਕਿੱਥੇ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ। ਕੁਐਸਚਨ ਨੰਬਰ ਆਪਣੇ ਕੋਲ ਆਏਗਾ 26, ਦਾ ਫੋਕਸ ਆਫ ਡਾਇਵਰਸਿਟੀ ਇਜ਼ ਔਨ। ਤਾਂ 26 ਦਾ ਕੀ ਹੈ, ਐਕਸੈਪਟਿੰਗ ਆਲ, ਐਕਸੈਪਟਿੰਗ ਹੈਂਡੀਕੈਪਸ, ਐਕਸੈਪਟਿੰਗ ਡਿਸਐਡਵਾਂਟੇਜ ਗਰੁੱਪ ਜਾਂ ਐਕਸੈਪਟਿੰਗ ਡਿਸੇਬਲਡ। ਤਾਂ 26 ਦਾ ਕੀ ਆਪਣੇ ਕੋਲ ਕੀ ਆ ਜਾਏਗਾ, ਏ ਐਕਸੈਪਟਿੰਗ ਆਲ। ਕੁਐਸਚਨ ਨੰਬਰ 27 ਦੇ ਵਿੱਚ ਕੀ ਪੁੱਛਿਆ ਗਿਆ ਸੀਗਾ, ਦਾ ਸਟੂਡੈਂਟ ਹੂ ਹੈਵ ਏ ਐਬਿਲਿਟੀ to use the imagination and critical reasoning to generate, design new and meaningful ideas are called disabled student, creative student, adolescent student ਜਾਂ special abled student। 27 ਦਾ ਆਪਣੇ ਕੋਲ ਕੀ ਆ ਜਾਏਗਾ, B option creative student। question number 28 ਕੀ, Ron writes the 19 as 91 and B as D, this is the case of spatial disability ਜਾਂ ਆਪਣੇ ਕੋਲ ਕੀ ਹੈ, ਲਰਨਿੰਗ ਡਿਸੇਬਿਲਿਟੀ ਹੈ ਜਾਂ ਫਿਜ਼ੀਕਲ ਡਿਸੇਬਿਲਿਟੀ ਜਾਂ ਵਿਜ਼ੂਅਲ ਡਿਸੇਬਿਲਿਟੀ। 28th ਕੁਐਸਚਨ ਦਾ ਕੀ ਆਪਸ਼ਨ ਇਹਨਾਂ ਨੇ ਮੰਨੀ ਹੋਈ ਹੈ, B ਆਪਸ਼ਨ ਇਜ਼ ਦਾ ਰਾਈਟ ਆਂਸਰ, ਲਰਨਿੰਗ ਡਿਸੇਬਿਲਿਟੀ। ਨੈਕਸਟ ਆਪਣੇ ਕੋਲ ਕੀ ਹੈ, ਦਾ ਫੋਕਸ ਆਫ ਇਨਕਲੂਸਿਵ ਐਜੂਕੇਸ਼ਨ ਇਜ਼ ਅਡੋਪਟਿੰਗ ਕੁਆਲਿਟੀ ਬੇਸਡ ਪ੍ਰੈਕਟਿਸ, ਅਡੋਪਟਿੰਗ ਜੈਂਡਰ ਬੇਸਡ ਪ੍ਰੈਕਟਿਸ, ਅਡੋਪਟਿੰਗ ਮੈਰਿਜਨਲ ਬੇਸਡ ਪ੍ਰੈਕਟਿਸ ਜਾਂ ਅਡੋਪਟਿੰਗ ਇਕੁਇਟੀ ਬੇਸਡ ਪ੍ਰੈਕਟਿਸ। ਤਾਂ ਕੁਐਸਚਨ ਨੰਬਰ 29 ਦਾ ਕੀ ਹੈ, D ਆਪਸ਼ਨ, ਅਡੋਪਟਿੰਗ ਇਕੁਇਟੀ ਬੇਸਡ ਪ੍ਰੈਕਟਿਸ। ਨੈਕਸਟ ਕੁਐਸਚਨ ਆਪਣੇ ਕੋਲ ਕੀ 30th ਜਿਹੜਾ ਲਾਸਟ ਕੁਐਸਚਨ ਹੈ CDP ਦਾ, ਚਾਈਲਡ ਬਿਲੋਂਗਿੰਗ ਟੂ ਡਿਸਐਡਵਾਂਟੇਜ ਗਰੁੱਪ ਹੈਵ ਸਪੈਸ਼ਲ ਨੀਡਸ ਡਿਊ ਟੂ ਡਿਫਰੈਂਸ ਇਨ ਦੇਅਰ ਡੈਮੋਸਟ੍ਰੇਸ਼ਨਲ ਪ੍ਰੈਕਟਿਸ, ਕਲਚਰਲ ਪ੍ਰੈਕਟਿਸ, ਇੰਡੀਵਿਜੂਅਲ ਪ੍ਰੈਕਟਿਸ ਜਾਂ ਯੂਨੀਵਰਸਲ ਪ੍ਰੈਕਟਿਸ। ਤਾਂ 30th ਦਾ ਕੀ ਆਪਣੇ ਕੋਲ ਆਏਗਾ, B ਆਪਸ਼ਨ ਜਿਹੜਾ ਕੀ ਹੈ ਰਾਈਟ ਆਂਸਰ ਹੈ, ਕੀ ਆਪਸ਼ਨ ਆਏਗੀ, B ਆਪਸ਼ਨ ਕਲਚਰਲ ਪ੍ਰੈਕਟਿਸ। 30th ਦਾ ਕੀ ਆਏਗਾ, B ਆਪਸ਼ਨ। ਤਾਂ ਇਹਦੇ ਨਾਲ ਤੁਹਾਡਾ CDP ਵਾਲਾ ਪੋਰਸ਼ਨ ਕੰਪਲੀਟ ਹੋ ਜਾਂਦਾ। ਇਸ ਤੋਂ ਬਾਅਦ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਲੈਂਗੁਏਜ ਦੇ। ਅਤੇ ਨੈਕਸਟ ਜਿਹੜੇ ਕੁਐਸਚਨ ਆਉਣਗੇ ਆਪਣੇ ਕੋਲ ਪੰਜਾਬੀ ਲੈਂਗੁਏਜ ਦੇ ਵਿੱਚ ਆਉਣਗੇ, ਔਰ ਜਿਹੜਾ ਫਸਟ ਪਾਰਟ ਆ ਪੰਜਾਬੀ ਲੈਂਗੁਏਜ ਦੇ ਇਹਦੇ ਵਿੱਚ ਆਪਣੇ ਕੋਲ ਕੀ ਆ ਗਿਆ, ਹੁਣ ਆਪਣੇ ਕੋਲ ਕੀ ਹੈ, ਕਵਿਤਾ ਦਾ ਆਪਾਂ ਆਨਸਰ ਦੇਣਾ। ਤਾਂ ਇਹਨੂੰ ਮੈਂ ਥੋੜ੍ਹਾ ਜਿਹਾ ਸਲੋਲੀ ਹੀ ਸਕਰੋਲ ਕਰੂੰਗਾ, ਔਰ ਤੁਸੀਂ ਇਹਨੂੰ ਪੌਜ਼ ਕਰਕੇ ਪਹਿਲਾਂ ਕੁਐਸਚਨ ਨੂੰ ਜਿਹੜਾ ਰੀਡ ਕਰ ਸਕਦੇ ਹੋ ਤੁਸੀਂ ਕਵਿਤਾ ਨੂੰ, ਔਰ ਫਿਰ ਉਸ ਦਾ ਜਿਹੜੇ ਆਨਸਰ ਆਪਣੇ ਆਪ 'ਤੇ ਦੇਖ ਸਕਦੇ ਹੋ, ਠੀਕ ਹੈ। ਤਾਂ ਦੇਖਦੇ ਹਾਂ ਇਸ ਤੋਂ ਅੱਗੇ ਕੀ ਹੈ। ਤਾਂ ਇਹ ਕੀ ਇੱਕ ਕਾਵਿ ਰੂਪ ਦਾ ਅਧਿਐਨ ਕਰਕੇ ਪ੍ਰਸ਼ਨਾਂ ਦੇ ਉੱਤਰ ਦਿਓ। ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ, ਮੇਲੇ ਮਾਣ ਪੰਜਾਬੀ ਨੂੰ ਦੇਸ ਅੰਦਰ, ਆਸ਼ਕ ਮੁੱਢੋਂ ਇਸ ਉਮੰਗਦਾ ਹਾਂ, ਵਾਰਿਸ ਸ਼ਾਹ ਦੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਵਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਟੰਗਦਾ ਹਾਂ, ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਤਾਂ ਇਹਦੇ ਜਿਹੜੇ ਬੇਸਿਕ ਜਿਹੜੇ ਆਨਸਰ ਹੋਣਗੇ ਆਪਾਂ ਉਹ ਡਿਸਕਸ ਕਰਦੇ ਹਾਂ। 30th ਫਸਟ ਕੁਐਸਚਨ ਜਿਹੜਾ ਆ ਗਿਆ, ਇਸ ਦਾ ਆਪਸ਼ਨ ਕੀ ਆਏਗਾ, D ਕੇ ਕੌਣ ਸੀ ਰਚਨਹਾਰਾ, ਫਿਰੋਜ਼ਦੀਨ ਸ਼ਾਹ ਸ਼ਰਫ। 30th 2 ਕੀ ਹੈ, ਕਵੀ ਸੁਹਾਗਣ ਦੀ ਨੱਥ ਤੇ ਪੰਜਾਬਣ ਦੀ ਮੰਗ ਦਾ ਟੁਕੜਾ ਕਿਸ ਨੂੰ ਸਮਝਦਾ ਹੈ। ਤਾਂ 32ਵੇਂ ਕੁਐਸਚਨ ਦਾ ਕੀ ਆ ਗਿਆ, C ਆਪਸ਼ਨ ਖੁਦ ਨੂੰ। 30th ਕੁਐਸਚਨ ਕੀ, 33 ਕਵਿਤਾ ਅਨੁਸਾਰ ਕਿਹੜੀ ਬੋਲੀ ਨਹੀਂ ਜਾਣਦਾ, ਅੰਗਰੇਜ਼ੀ, ਉਰਦੂ, ਫਾਰਸੀ ਜਾਂ ਸੰਸਕ੍ਰਿਤ। 33 ਦੇ ਅਕੋਰਡਿੰਗ D। ਛਿੱਕੇ ਉੱਤੇ ਟੰਗਣਾ ਮੁਹਾਵਰੇ ਦਾ ਅਰਥ ਮਾਰ ਦੇਣਾ, ਲਟਕਾ ਕੇ ਰੱਖਣਾ, ਪ੍ਰਵਾਹ ਨਾ ਕਰਨਾ ਜਾਂ ਅਮੀਰ ਹੋਣਾ। ਤਾਂ 34 ਦਾ ਕੀ ਆ ਜਾਏਗਾ ਆਪਣੇ ਕੋਲ, C ਆਪਸ਼ਨ। ਕੁਐਸਚਨ ਨੰਬਰ 35, ਇਸ ਕਵਿਤਾ ਵਿੱਚ ਕਵੀ ਆਪਣੇ ਆਪ ਨੂੰ ਕੀ ਕਹਾਉਣ ਤੋਂ ਨਹੀਂ ਸੰਗਦਾ, ਪੇਂਡੂ, ਕਿਸਾਨ, ਬਜ਼ੁਰਗ ਜਾਂ ਪੰਜਾਬੀ। ਤਾਂ 35 ਦਾ ਕੀ ਆ ਜਾਏਗਾ, D ਆਪਸ਼ਨ ਪੰਜਾਬੀ ਆ ਗਿਆ ਆਪਣੇ ਕੋਲ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ 36, ਯੂਪੀ ਵਿੱਚ ਕਰਾਂ ਗੱਲਾਂ ਤੋਂ ਕਵੀ ਦਾ ਕੀ ਭਾਵ ਹੈ। ਤਾਂ ਇਸ ਕੁਐਸਚਨ 36 ਦਾ ਕੀ ਮੰਨਿਆ ਉਹਨੇ, D ਹਿੰਦੀ ਭਾਸ਼ਾ ਵਿੱਚ ਗੱਲਬਾਤ ਕਰਨਾ। 37 ਜਿਹੜਾ ਇਸ ਕਵਿਤਾ ਦੇ ਆਧਾਰ 'ਤੇ ਸੀਗਾ ਉਹਦੀ ਆਪਸ਼ਨ ਕੀ ਆ ਜਾਏਗੀ, B ਕਵਿਤਾ ਅਨੁਸਾਰ ਕਵੀ ਦੀ ਦਿਲੀ ਖਵਾਇਸ਼ ਕੀ ਹੈ, ਰਾਜ ਕਵੀ ਬਣ ਜਾਣ ਦੀ, ਮਾਂ ਬੋਲੀ ਨੂੰ ਦੇਸ਼ ਅੰਦਰ ਮਾਣ ਮਿਲਣ ਦੀ, ਅਮੀਰ ਬਣਨ ਦੀ ਜਾਂ ਆਪਣੇ ਪਿੰਡ ਜਾਣ ਦੀ। ਤਾਂ 37 ਦਾ ਕੀ ਆਪਣੇ ਕੋਲ ਆ ਜਾਏਗਾ, B ਆਪਸ਼ਨ ਇਜ਼ ਦਾ ਰਾਈਟ ਆਨਸਰ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਵਾਰਤਕ ਹੈ, ਪੜ੍ਹੋ ਅਤੇ ਹੇਠਾਂ ਉੱਤਰ ਦਿੱਤੇ ਜਾਣੇ ਆ। ਤਾਂ ਇਹਨੂੰ ਮੈਂ ਥੋੜ੍ਹਾ ਇਹਨੂੰ ਇੱਥੇ ਕਰਤਾ, ਇਸ ਨੂੰ ਕੁਝ ਸਮੇਂ ਲਈ ਤੁਸੀਂ ਇੱਥੋਂ ਪੜ੍ਹ ਸਕਦੇ ਹੋ, ਹੈ ਨਾ। ਮੇਰੇ ਦਾਦੇ ਪੜਦਾਦੇ ਵੱਡੇ ਵਡੇਰੇ ਕਿਸੇ ਰਾਜ ਵਿਖਤਾਵਰ ਨਹੀਂ ਸਨ, ਹੈ ਨਾ। ਤਾਂ ਕਿਹੜੇ ਆ ਵੱਡੇ ਵਡੇਰਿਆਂ ਵਾਲੇ ਪਾਠ, ਤਾਂ ਇਹਨੂੰ ਪੌਜ਼ ਕਰਕੇ ਤੁਸੀਂ ਪੜ੍ਹ ਲੈਣਾ, ਔਰ ਇਹਦੇ ਵਿੱਚ ਜਿਹੜੇ ਆਨਸਰ ਆ ਉਹ ਤੁਸੀਂ ਦੇਖ ਸਕਦੇ ਹੋ। ਤਾਂ ਆਪਾਂ ਪਹਿਲਾਂ ਮੈਂ ਥੋੜ੍ਹੀ ਸਕਰੋਲ ਕਰਦਾ, ਉਮੀਦ ਕਰਦਾ ਤੁਸੀਂ ਇਹਨੂੰ ਪੜ੍ਹ ਲਿਆ ਹੋਊਗਾ।
ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਉਹ 38th ਕੁਐਸਚਨ ਤੋਂ ਹੀ ਸ਼ੁਰੂ ਹੋਣਗੇ। 38 ਤੋਂ ਬਾਅਦ ਜਿਹੜੇ ਹੋਣਗੇ ਉਹ ਸਾਰੇ ਅੱਗੇ ਹੋਣਗੇ। ਔਰ ਇਸ ਤੋਂ ਬਾਅਦ ਆਪਣੇ ਕੋਲੇ ਕੀ ਹੈ, ਦੇਖਦੇ ਹਾਂ ਨੈਕਸਟ ਕੁਐਸਚਨ। ਇਹਦੇ ਵਿੱਚ ਕੁਐਸਚਨ ਨੰਬਰ 38, ਲੇਖ ਦੇ ਦਾਦੇ ਦੇ ਚਾਰ ਭਰਾਵਾਂ ਦੇ ਨਾਮ ਕੀ ਸਨ। 38 ਕੁਐਸਚਨ ਦਾ ਆਨਸਰ ਕੀ ਬਣਦਾ ਹੈ, ਸੀ। ਔਰ 39 ਕੁਐਸਚਨ 39ਵਾਂ ਕੁਐਸਚਨ ਜਿਹੜਾ ਇਹਦੇ ਵਿੱਚ ਹੈਗਾ ਉਹ ਕੁਐਸਚਨ ਕੀ ਗਾਲੜੀ ਸ਼ਬਦ ਦਾ ਕੀ ਅਰਥ ਹੈ। ਗਾਲੜੀ ਸ਼ਬਦ ਦਾ ਕੀ ਅਰਥ ਹੈ। 39ਵੇਂ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਕੀ ਮੰਨਿਆ ਇਹਨਾਂ ਨੇ ਸਹੀ, ਇਹ ਆਪਸ਼ਨ ਬਹੁਤ ਗੱਲਾਂ ਕਰਨ ਵਾਲਾ। 39ਵੇਂ ਕੁਐਸਚਨ ਦਾ ਕੀ ਹੈ, ਇਹ। 40ਵੇਂ ਕੁਐਸਚਨ ਕੀ ਲੇਖ ਦੇ ਵੱਡੇ ਵਡੇਰਿਆਂ ਦਾ ਪਿੰਡ ਵਿੱਚ ਖੂਨ ਦਾ ਰਿਸ਼ਤਾ ਕੀ ਸੀਗਾ। 40ਵੇਂ ਕੁਐਸਚਨ ਦਾ ਕੀ ਆ ਗਿਆ ਆਪਣੇ ਕੋਲ, ਸੀ ਪਿੰਡ ਛਾਪੇ। 40ਵੇਂ ਕੁਐਸਚਨ ਦਾ ਸੀ ਲੇਖਕ ਦੇ ਵੱਡੇ ਵਡੇਰਿਆਂ ਦਾ ਕਿਹੜੇ ਪਿੰਡ ਵਿੱਚ ਖੂਨ ਦਾ ਰਿਸ਼ਤਾ ਸੀ, ਤਾਂ ਪਿੰਡ ਛਾਪੇ ਦੇ ਵਿੱਚ ਹੈ। ਲੇਖ ਦੇ ਬਾਬਿਆਂ ਨੇ ਕਾਹਦਾ ਕੜਾਹ ਸਮੇਟ ਛੱਡਿਆ, ਲੱਡੂਆਂ ਦਾ, ਗੁੜ ਦਾ ਕੜਾਹ, ਬੂੰਦੀ ਦਾ ਜਾਂ ਬਰਫੀ ਦਾ। ਤਾਂ 41ਵੇਂ ਕੁਐਸਚਨ ਦਾ ਕੀ ਆਪਸ਼ਨ ਆ ਆਪਣੇ ਕੋਲ, ਰਾਈਟ ਆਨਸਰ ਹੈ ਬੀ। ਲੇਖ ਦੇ ਚਾਚੇ ਬਾਬੇ ਜਿਸ ਖੇਤ ਵਿੱਚ ਲੰਘ ਜਾਂਦੇ ਸਨ ਉੱਥੇ ਡੰਡੀ ਪੈ ਜਾਂਦੀ ਸੀ, ਲੋਕ ਇਕੱਠੇ ਹੋ ਜਾਂਦੇ ਸੀ, ਲੜਾਈ ਪੈ ਜਾਂਦੀ ਸੀ, ਲੋਕ ਖੁਸ਼ ਹੋ ਜਾਂਦੇ ਸਨ। ਤਾਂ 42ਵੇਂ ਕੁਐਸਚਨ ਦਾ ਕੀ, ਇਹ ਉੱਥੇ ਡੰਡੀ ਪੈ ਜਾਂਦੀ ਸੀ। ਨੈਕਸਟ ਕੁਐਸਚਨ ਆਪਣੇ ਕੋਲ ਆ ਗਿਆ 43ਵਾਂ, ਲੇਖ ਦੇ ਦਾਦੇ ਜੋ ਚਾਰ ਭਰਾ ਸਨ ਆਪਸ ਦੇ ਪਿੰਡਾਂ ਲਈ ਕੀ ਬਣੇ ਹੋਏ ਸਨ, ਦੇਵਤਾ, ਸਲਾਹਕਾਰ, ਮਸੀਹਾ, ਹਊਆ। ਤਾਂ 43ਵੇਂ ਕੁਐਸਚਨ ਦਾ ਕੀ ਆਪਣੇ ਕੋਲ ਆ ਗਿਆ, ਡੀ ਆਪਸ਼ਨ ਹਊ। ਪਿੰਡ ਦੇ ਪੁਰਾਣੇ ਲੋਕ ਲੇਖਕ ਨੂੰ ਕੀ ਕਹਿੰਦੇ ਸਨ, ਕਾਗਜੀ ਪਹਿਲਵਾਨ, ਮੁਰਸ਼ਦ, ਚੌਧਰੀ ਜਾਂ ਮਹਾਨ ਲੇਖਕ। ਤਾਂ 44ਵੇਂ ਦਾ ਕੀ ਆ ਗਿਆ ਆਪਣੇ ਕੋਲ, ਇਹ ਕਾਗਜੀ ਪਹਿਲਵਾਨ। 45ਵਾਂ ਆਪਣੇ ਕੋਲ ਕੁਐਸਚਨ ਕੀ ਸੀਗਾ, ਪਿੰਡ ਦੇ ਪੁਰਾਣੇ ਲੋਕ ਇਸ ਨੂੰ ਬਲੂੰਗੜਾ ਪਹਿਲਵਾਨ ਕਹਿੰਦੇ ਸਨ, ਚੌਧਰੀ ਨੂੰ, ਲੇਖਕ ਨੂੰ, ਲੇਖਕ ਦੇ ਦਾਦੇ ਨੂੰ ਜਾਂ ਲੇਖਕ ਦੇ ਪੜਦਾਦੇ ਨੂੰ। ਤਾਂ 45ਵੇਂ ਕੁਐਸਚਨ ਦਾ ਆਪਸ਼ਨ ਕੀ ਆ ਗਿਆ, ਬੀ ਲੇਖਕ ਨੂੰ। ਨੈਕਸਟ ਕੁਐਸਚਨ ਆਪਾਂ ਦੇਖਦੇ ਇਸ ਤੋਂ ਬਾਅਦ ਆਪਣੇ ਕੋਲ ਕੀ ਆ, ਤਾਂ ਇਹ ਕੁਐਸਚਨ ਜਿਹੜੇ ਨੈਕਸਟ ਆ ਗਏ ਆਪਣੇ ਗ੍ਰਾਮਰ ਦੇ ਵਿੱਚੋਂ ਆ ਗਏ। ਪੰਜਾਬੀ ਭਾਸ਼ਾ ਦੀ ਗੁਲਾਈਦਾਰ ਧੁਨੀਆਂ ਕਿਹੜੀਆਂ ਹਨ। ਤਾਂ 46ਵੇਂ ਕੁਐਸਚਨ ਦਾ ਜਿਹੜਾ ਆਨਸਰ ਆ ਉਹ ਕੀ ਆ ਆਪਣੇ ਕੋਲ ਆ ਗਿਆ, ਡੀ ਆਪਸ਼ਨ। ਨੈਕਸਟ ਕੁਐਸਚਨ 47 ਕੀ ਹੈ, ਕਸੂਰ ਕਿਸੇ ਦੇ ਗੁੱਸੇ ਕਿਸੇ ਹੋਰ ਤੇ ਦਾ ਆਧਾਰ 'ਤੇ ਢੁਕਵਾਂ ਖਾਨ ਦੱਸੋ। ਤਾਂ ਇਸ ਕੁਐਸਚਨ 47 ਦਾ ਕੀ ਆ, ਬੀ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ 'ਤੇ। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ 48, ਪੜ੍ਹਾਉਣ ਦੀ ਕਿਸ ਵਿਧੀ ਅਨੁਸਾਰ ਉਦਾਹਰਨਾਂ ਤੋਂ ਨਿਯਮ ਵੱਲ ਜਾਂਦੇ ਆ। ਠੀਕ ਹੈ, ਤਾਂ 48 ਕੁਐਸਚਨ 48ਵੇਂ ਦਾ ਕੀ ਆਪਣੇ ਕੋਲ ਆ ਜਾਏਗਾ, ਇਹ ਆਗਮਨ ਵਿਧੀ। ਵਿਆਕਰਨ ਤੋਂ ਬਿਨਾਂ ਭਾਸ਼ਾ ਦੀ ਸਿੱਖਿਆ ਅਧੂਰੀ ਹੈ, ਸਿਧਾਂਤਾਂ, ਨਿਯਮਾਂ ਅਤੇ ਸੰਰਚਨਾਵਾਂ ਨੂੰ ਰੱਟਾ ਲਗਾ ਕੇ ਯਾਦ ਕਰਾਉਣ ਦੀ ਵਿਧੀ। ਇਹਨਾਂ ਵਿੱਚੋਂ ਕਿਹੜੇ ਵਿਆਕਰਨ ਦੀ ਕਿਹੜੀ ਕਿਸਮ ਹੈ। ਤਾਂ 49ਵੇਂ ਦਾ ਕੀ ਆਪਣੇ ਕੋਲ ਆ ਜਾਏਗਾ, ਬੀ ਸਿਧਾਂਤਕ ਵਿਆਕਰਨ। ਨੈਕਸਟ ਕੁਐਸਚਨ ਨੰਬਰ 50 ਕੀ ਹੈ, ਤਕਸ਼ੀਸ਼ੀ ਸਿੱਖਿਆ ਤੋਂ ਕੀ ਭਾਵ ਹੈ, ਬੱਚੇ ਦੀ ਅਗਲੀ ਜਮਾਤ ਵਿੱਚ ਵਾਧਾ ਕਰਨਾ ਜਾਂ ਬੱਚੇ ਦੀ ਭਾਸ਼ਾ ਸੰਬੰਧੀ ਤਰੱਟੀਆਂ ਅਤੇ ਦੋਸ਼ਾਂ ਦਾ ਪਤਾ ਲਗਾਉਣਾ, ਬੱਚਿਆਂ ਤੋਂ ਨਿਬੰਧਾਤਮਕ ਪ੍ਰਸ਼ਨ ਪੁੱਛਣੇ ਜਾਂ ਬੱਚੇ ਦੇ ਮੌਖਿਕ ਪ੍ਰਸ਼ਨ ਪੁੱਛਣੇ। ਤਾਂ 50ਵੇਂ ਕੁਐਸਚਨ ਦਾ ਕੀ ਆਨਸਰ ਸਹੀ ਲਾਇਆ ਉਹਨਾਂ ਨੇ, ਬੀ ਆਪਸ਼ਨ। ਨੈਕਸਟ ਆਪਣੇ ਕੋਲ ਕੀ ਆ, ਹੂਲੀਆ ਸ਼ਬਦ ਦਾ ਕੀ ਅਰਥ ਹੈ, ਹੌਲੀ ਹੌਲੀ ਚੱਲਣਾ, ਰੌਲਾ ਰੱਪਾ, ਹੁਣੇ ਹੁਣੇ, ਸ਼ਕਲ ਸੂਰਤ। ਤਾਂ ਆਪਣੇ ਕੋਲ ਕੀ ਆ ਜਾਊਗਾ, ਡੀ ਆਪਸ਼ਨ ਜਿਹੜਾ ਹੈਗਾ 51ਵਾਂ ਦਾ, ਸ਼ਕਲ ਸੂਰਤ। ਚਾਰ ਭਾਂਡੇ ਹੋਣ ਤਾਂ ਡੈਸ਼ ਕਰਨਗੇ, ਟੁੱਟਣਗੇ, ਖੜਕਣਗੇ, ਫੁੱਟਣਗੇ ਜਾਂ ਸੱਜਣਗੇ। ਤਾਂ 52ਵੇਂ ਦਾ ਕੀ ਆਪਣੇ ਕੋਲ ਆਪਸ਼ਨ ਹੈ, ਬੀ ਖੜਕਣਗੇ। ਸੋ ਕੋ ਮੰਦਾ ਆਖੇ ਕਿਸ ਦੀ ਰਚਨਾ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ ਜਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤਾਂ 53ਵੇਂ ਕੁਐਸਚਨ ਦਾ ਆਪਣੇ ਕੋਲ ਕੀ ਆ ਜਾਏਗਾ, ਇਹ ਆਪਸ਼ਨ। ਨੈਕਸਟ ਆਪਣੇ ਕੋਲ ਕੀ ਹੈ ਕੁਐਸਚਨ ਨੰਬਰ 54, 54ਵਾਂ, ਮੁਲਾਂਕਣ ਦੀ ਪ੍ਰੀਖਿਆ ਦੇ ਵਿੱਚ ਕੀ ਫਰਕ ਹੁੰਦਾ। ਮੁਲਾਂਕਣ ਯਾਨੀ ਕਿ ਵੈਲੂਏਸ਼ਨ ਅਤੇ ਜਿਹੜਾ ਐਗਜ਼ਾਮ ਉਹਨਾਂ ਵਿੱਚ ਕੀ ਫਰਕ ਹੁੰਦਾ। ਤਾਂ 54ਵੇਂ ਦਾ ਕੀ ਆਪਣੇ ਕੋਲ ਆ ਗਿਆ, ਇਹ ਆਪਸ਼ਨ। ਮੁਲਾਂਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਅਤੇ ਵਿਸ਼ਾਲ ਹੈ। ਨੈਕਸਟ ਕੁਐਸਚਨ ਕੀ ਹੈ, ਸਤੂਲ ਤੋਂ ਸੂਖਮ ਵੱਲ ਦਾ ਸਿਧਾਂਤ ਕਿਸ ਵੇਲੇ ਵਧੇਰੇ ਵਰਤੋਂ ਵਿੱਚ ਆਉਂਦਾ ਹੈ। ਤਾਂ ਜਿਹੜਾ 55ਵਾਂ ਕੁਐਸਚਨ ਆ ਉਸ ਦਾ ਆਨਸਰ ਕੀ ਮੰਨਿਆ ਗਿਆ ਸਹੀ, ਇਹ ਦੇਖਣ ਅਤੇ ਸੁਣਨ ਸਾਧਨਾਂ ਦੀ ਵਰਤੋਂ ਵੇਲੇ। ਨੈਕਸਟ ਕੁਐਸਚਨ ਨੰਬਰ 56ਵਾਂ ਕੀ ਹੈ, ਵਿਅੰਜਨ ਪਾ ਦਾ ਉਚਾਰਨ ਕਿਹੜੇ ਸਥਾਨ ਦਾ ਹੈ, ਮੂਰਧਨੀ, ਦੋ ਹੋਠੀ, ਕਠੋਰ ਤਾਲਵੀ, ਕੋਮਲ ਤਾਲਵੀ। ਤਾਂ 56ਵੇਂ ਕੁਐਸਚਨ ਦਾ ਕੀ ਆਪਣੇ ਕੋਲ ਆ ਗਿਆ, ਬੀ ਆਪਸ਼ਨ, ਦੋ ਹੋਠੀ। ਨੈਕਸਟ ਆਪਣੇ ਕੋਲ ਕੀ ਆ, ਪੰਜਾਬੀ ਭਾਸ਼ਾ ਦੀ ਟਕਸਾਲੀ ਬੋਲੀ ਕਿਹੜੀ ਹੈ। ਤਾਂ 57ਵੇਂ ਦਾ ਜਿਹੜਾ ਆਨਸਰ ਹੈ, ਬੀ ਆਪਸ਼ਨ ਕੀ ਆ, ਮਾਝੀ ਬੋਲੀ ਜਿਹਨੂੰ ਆਪਾਂ ਬੋਲਦੇ ਹਾਂ, ਉਹ ਕਹਿੰਦੇ ਟਕਸਾਲੀ ਬੋਲੀ ਇਹ ਜਿਹੜੀ ਹੈ ਪੰਜਾਬੀ ਭਾਸ਼ਾ ਦੀ। ਠੀਕ ਹੈ, ਸਾਰਿਆਂ ਦੀ ਇੱਕ ਰਾਏ ਨੂੰ ਕੀ ਕਿਹਾ, ਸਰਬਸੰਮਤੀ, ਪਰਉਪਕਾਰੀ, ਅਗਰਗਾਮੀ ਜਾਂ ਇਕਸਾਰਤਾ। ਤਾਂ ਇਹ ਆਪਸ਼ਨ ਜਿਹੜਾ 58ਵੇਂ ਦਾ ਕੀ ਆਊਗਾ, ਸਰਬਸੰਮਤੀ। ਉਸ ਤੋਂ ਬਾਅਦ 59 ਕੁਐਸਚਨ ਆ, ਕੁਐਸਚਨ ਨੰਬਰ 59, ਇੱਕ ਜਮਾਤ ਵਿੱਚ ਪੰਜਾਬ ਦੇ ਸਾਰੇ ਖੇਤਰਾਂ ਦੇ ਵਿਦਿਆਰਥੀ ਬੈਠੇ ਅਧਿਆਪਕ ਨੂੰ ਪੰਜਾਬੀ ਦੇ ਕਿਹੜੇ ਰੂਪ ਦੀ ਵਰਤੋਂ ਕਰਨ, ਦੁਆਬੀ, ਮਿਆਰੀ, ਪੁਆਧੀ ਜਾਂ ਮਲਵਈ। ਤਾਂ 59th ਕੁਐਸਚਨ ਦਾ ਬੀ ਮਿਆਰੀ ਜਿਹੜੀ ਭਾਸ਼ਾ ਆ ਉਹਦੀ ਵਰਤੋਂ। 60th ਕੁਐਸਚਨ ਕੀ ਹੈ, ਕਿਸੇ ਕਵਿਤਾ ਨੂੰ ਪੜ੍ਹਾਉਂਦੇ ਸਮੇਂ ਅਧਿਆਪਕ ਠੀਕ ਹਾਵ ਭਾਵ ਨਾਲ ਕਵਿਤਾ ਪਾਠ ਕਰਦਾ, ਇਸ ਨੂੰ ਕੀ ਕਹਿੰਦੇ, ਅਨੁਕਰਨ ਵਾਚਨ,
ਆਦਰਸ਼ਵਾਚਨ, ਮੌਨ ਪਾਠ ਜਾਂ ਉੱਚੀ ਪਾਠ। ਤਾਂ 60 ਕੁਐਸਚਨ ਦਾ ਕੀ ਆਪਸ਼ਨ ਮੰਨਿਆ ਸਹੀ? ਆਦਰਸ਼ਵਾਚਨ, ਬੀ ਆਪਸ਼ਨ। ਨੈਕਸਟ ਕੁਐਸਚਨ ਆਪਣੇ ਕੋਲ, ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਇੰਗਲਿਸ਼ ਵਾਲਾ ਪਾਰਟ। ਤਾਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਇੰਗਲਿਸ਼ ਦਾ ਜਿਹੜਾ ਫਸਟ ਪਾਰਟ ਹੈਗਾ ਆ ਉਹ ਹੈਗਾ ਆ ਪੈਰਾਗ੍ਰਾਫ। ਤਾਂ ਪੈਰਾਗ੍ਰਾਫ ਨੂੰ ਪੜ੍ਹ ਕੇ ਆਪਾਂ ਇਹਦੇ ਆਨਸਰ ਦੇਣੇ ਆ। ਤਾਂ ਇਹਦਾ ਸਹੀ ਤਰੀਕਾ ਇਹੀ ਹੈ ਕਿ ਵੀਡੀਓ ਨੂੰ ਇੱਥੇ ਇੱਕ ਵਾਰ ਪੌਜ਼ ਕਰ ਲਓ, ਔਰ ਪੌਜ਼ ਕਰਨ ਤੋਂ ਬਾਅਦ ਜਿਹੜੀ ਤੁਸੀਂ ਇਹਦੇ ਆਨਸਰ ਆ ਜਿਹੜੇ ਉਹ ਦੇ ਲਓ, ਔਰ ਉਹਨਾਂ ਆਨਸਰਾਂ ਤੋਂ ਬਾਅਦ ਹੀ ਇਹਨੂੰ ਇੱਕ ਵਾਰ ਪੌਜ਼ ਕਰਕੇ ਰੀਡ ਕਰ ਲਓ, ਔਰ ਇਸ ਨੂੰ ਆਨਸਰ ਦੇਣ ਲੱਗੇ ਨੂੰ ਆਪਾਂ ਨੂੰ ਵਾਪਸ ਦੁਬਾਰਾ ਰੀਡ ਕਰਨਾ ਕਰੂਗਾ। ਠੀਕ ਹੈ, ਤਾਂ ਬਿਲਕੁਲ ਈਜ਼ੀ ਸੀਗਾ ਇਹ ਵੀ। ਤਾਂ ਇਹਦਾ ਫਸਟ ਕੁਐਸਚਨ 61 ਜਿਹੜਾ ਕੁਐਸਚਨ ਹੈ ਇੱਥੋਂ ਸ਼ੁਰੂ ਹੋ ਗਿਆ। 61 ਕੁਐਸਚਨ ਕੀ ਹੈ? ਐ ਯੂਜ਼ ਇਨ ਪੈਰਾਗ੍ਰਾਫ 1 ਦਾ ਵਰਡ ਕੰਸੀਡਰ ਮੋਸਟ ਨੀਅਰਲੀ ਮੀਨਸ। ਤਾਂ ਜਿਹੜਾ ਵਰਡ ਕੰਸੀਡਰ ਆ ਉਹਦਾ ਮਤਲਬ ਕੀ ਹੈ? 61 ਕੁਐਸਚਨ ਜਿਹੜਾ ਆਨਸਰ ਸਹੀ ਮੰਨਿਆ ਗਿਆ ਉਹਨਾਂ ਨੇ ਡੀ ਆਪਸ਼ਨ, ਥਿੰਕ ਕੇਅਰਫੁਲੀ ਅਬਾਊਟ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਨੈਕਸਟ ਕੁਐਸਚਨ ਨੰਬਰ 62। 62 ਕੁਐਸਚਨ ਕੀ ਹੈ? ਵਿਚ ਵਰਡ ਇਜ਼ ਇਨ ਦੀ ਪੈਰਾਗ੍ਰਾਫ ਇਜ਼ ਐਂਟੋਨਮੀ ਆਫ ਗ੍ਰੀਨ ਹੌਰਨ। ਤਾਂ ਇਹਦਾ ਕੀ ਐਂਟੋਨਮੀ ਬਣੂਗਾ? 62 ਦਾ ਜਿਹੜਾ ਸਹੀ ਆਨਸਰ ਹੈ ਉਹ ਕੀ ਹੈ? ਇਹ ਆਪਸ਼ਨ ਉਹਨਾਂ ਨੇ ਮੰਨਿਆ ਐਕਸਪੀਰੀਅੰਸਡ। 63 ਕੀ ਹੈ? ਅਕੋਰਡਿੰਗ ਟੂ ਦਾ ਆਥਰ ਸੌਫਟ ਵੁੱਡਸ ਆਰ ਈਜ਼ੀ ਟੂ ਸਪਲਿਟ, ਪ੍ਰੋਡਿਊਸ ਏ ਵੰਡਰਫੁਲ ਅਰੋਮਾ ਜਾਂ ਬਰਨ ਫਾਸਟ। ਤਾਂ ਕਿਹੜੀ ਆਪਸ਼ਨ ਹੋਊਗੀ? ਫਸਟ ਓਨਲੀ। ਬੀ ਆਪਸ਼ਨ ਕੀ? ਫਸਟ ਐਂਡ ਸੈਕੰਡ ਓਨਲੀ। ਸੀ ਆਪਸ਼ਨ ਕੀ ਹੈ? ਸੈਕੰਡ ਐਂਡ ਥਰਡ ਓਨਲੀ। ਔਰ ਡੀ ਆਪਸ਼ਨ ਕੀ? ਫਸਟ, ਸੈਕੰਡ ਐਂਡ ਥਰਡ। ਤਾਂ 63 ਦਾ ਆਪਣੇ ਕੋਲ ਕੀ ਆ ਜਾਏਗਾ? ਡੀ ਆਪਸ਼ਨ ਜਿਹੜਾ ਕੀ ਹੈ ਫਸਟ, ਸੈਕੰਡ ਐਂਡ ਥਰਡ। ਨੈਕਸਟ ਕੁਐਸਚਨ ਆਪਣੇ ਕੋਲ ਕਿ 64 ਸੌਫਟ ਵੁੱਡਸ ਬਰਨ ਕੁਇਕਲੀ, ਦਾ ਵਰਡ ਕੁਇਕਲੀ ਇਨ ਦੀ ਸੈਂਟੈਂਸ ਹੈਜ਼ ਬੀਨ ਯੂਜ਼ਡ ਐਜ਼ ਐਡਵਰਬ, ਐਡਜੈਕਟਿਵ, ਵਰਬ ਜਾਂ ਨਾਊਨ। ਤਾਂ 64 ਦਾ ਇਹਨੂੰ ਕੀ ਮੰਨਿਆ ਹੋਇਆ? ਇਹ ਐਡਵਰਬ। ਠੀਕ ਹੈ, ਕੁਐਸਚਨ ਨੰਬਰ 65 ਕੀ ਆ? ਮਾਰਜਰੀ ਲਿਵਸ ਇਨ ਮਾਈਨ ਐਂਡ ਵੇਅਰ ਦੇ ਹੈਵ ਲੌਂਗ ਕੋਲਡ ਵਿੰਟਰ ਨਾਈਟਸ, ਸ਼ੀ ਵਾਂਟਸ ਟੂ ਮੇਕ ਏ ਫਾਇਰ that will not burn out easily. Which type of firewood should Marjorie use to make her fire? ਤਾਂ ਇਹਦਾ ਕਿਹੜਾ ਆਨਸਰ ਆ? ਓਕ, ਵਾਲਨਟ ਜਾਂ ਮੈਡਰੋਨਸ। ਤਾਂ ਇਹ ਪੈਰਾਗ੍ਰਾਫ ਦੇ ਵਿੱਚੋਂ ਹੀ ਤੁਸੀਂ ਆਨਸਰ ਲਿਖ ਕੇ ਦੱਸਣਾ ਸੀ। 65 ਦਾ ਕੀ ਹੈ? ਡੀ ਆਪਸ਼ਨ ਜਿਹੜਾ ਉਹ ਸਹੀ ਆਨਸਰ ਦਾ ਮੰਨਿਆ ਗਿਆ। ਨੈਕਸਟ ਕੁਐਸਚਨ ਆਪਣੇ ਕੋਲ ਕੀ ਆ ਗਿਆ 66। In the paragraph 3rd and 5th, author discuss the respective disadvantage of both software woods and hardwoods। ਤਾਂ ਇਹਦਾ ਆਨਸਰ ਜਿਹੜਾ 66 ਦਾ ਹੈਗਾ ਡੀ ਆਪਸ਼ਨ ਜਿਹੜਾ ਉਹ ਸਹੀ ਆਨਸਰ ਮੰਨਿਆ ਗਿਆ। ਔਰ ਇਸ ਤਰ੍ਹਾਂ 67 ਦਾ ਜਿਹੜਾ ਸੀਗਾ ਉਹ ਕੀ ਮੰਨਿਆ ਗਿਆ ਸਹੀ ਆਨਸਰ? ਸੀ ਆਪਸ਼ਨ ਗਿਵ ਅ ਰੀਜ਼ਨ। ਤਾਂ ਇੱਕ ਪਹਿਲਾ ਪੈਰਾਗ੍ਰਾਫ ਸੀਗਾ, ਇਸ ਤੋਂ ਬਾਅਦ ਇੱਕ ਦੂਸਰਾ ਪੈਰਾਗ੍ਰਾਫ ਵੀ ਦਿੱਤਾ ਹੋਇਆ। ਤਾਂ ਤੁਸੀਂ ਦੂਸਰਾ ਪੈਰਾਗ੍ਰਾਫ ਵੇਖ ਲਓ। ਰੀਡ ਦਾ ਪੈਸੇਜ ਕੇਅਰਫੁਲੀ ਐਂਡ ਆਨਸਰ ਦਾ ਕੁਐਸਚਨ। ਤਾਂ ਇਹਨੂੰ ਤੁਸੀਂ ਧਿਆਨ ਨਾਲ ਰੀਡ ਕਰ ਲਓ ਇੱਕ ਵਾਰ, ਇਹਨੂੰ ਇੱਥੇ ਪੌਜ਼ ਕਰ ਲਓ, ਪੌਜ਼ ਕਰਨ ਤੋਂ ਬਾਅਦ ਇਹਨੂੰ ਰੀਡ ਕਰ ਲਓ, ਔਰ ਇਹ ਜਿਹੜੇ ਆਨਸਰ ਆ ਉਹ ਤੁਸੀਂ ਆਪਾਂ ਕਿ ਅਗਲੇ ਦੇਖ ਲੈਂਦੇ ਹਾਂ ਕਿਹੜੇ ਕਿਹੜੇ ਆਨਸਰ ਦੇ ਨੇ। ਤਾਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ। ਨੈਕਸਟ ਕੁਐਸਚਨ ਜਿਹੜਾ 68 ਕੀ ਹੈ? ਬੇਸਡ ਔਨ ਦਾ ਥਿੰਗਸ ਮੈਰੀ ਐਂਡ ਹਰ ਗ੍ਰੈਂਡ ਮਦਰ ਡਿਡ ਵੈਨ ਸ਼ੀ ਵਾਜ਼ ਏ ਚਾਈਲਡ, ਇਟ ਕੈਨ ਬੀ ਅੰਡਰਸਟੂਡ ਦਾ ਮੈਰੀਜ਼ ਗ੍ਰੈਂਡ ਮਦਰ। ਤਾਂ ਕੀ ਆਪਸ਼ਨ ਹੈ ਕਿ 68 ਦੀ ਕੀ ਹੈ? ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਇੰਜੋਇਡ ਸਪੈਂਡਿੰਗ ਟਾਈਮ ਆਊਟਡੋਰ। 69 ਕੀ ਹੈ? ਐਜ਼ ਯੂਜ਼ ਇਨ ਪੈਰਾਗ੍ਰਾਫ 1 ਵਿਚ ਇਜ਼ ਦ ਬੈਸਟ ਐਂਟੋਨਮੀ ਆਫ ਦਾ ਡੈਟੋਰੇਟਸ। ਤਾਂ 69 ਦਾ ਕੀ ਆਪਣੇ ਕੋਲ ਆ ਜਾਏਗਾ? ਏ ਇੰਪਰੂਵ। 70 ਕੀ ਹੈ? ਐਜ਼ ਯੂਜ਼ ਇਨ ਪੈਰਾਗ੍ਰਾਫ 2 ਦਾ ਵਰਡ ਕੈਪਟੀਵੇਟਡ ਮੋਸਟ ਨੀਅਰਲੀ ਮੀਨਸ। ਆਪਣੇ ਕੋਲ 70 ਦਾ ਕੀ ਆ? ਬੀ ਆਪਸ਼ਨ fascinated। which best describes the what act of stopping for flowers on the sides of highway became for Mary a curse, a ritual, a regrets ਜਾਂ a bother। ਤਾਂ 71 ਦਾ ਕੀ ਆਪਸ਼ਨ ਆਏਗਾ? ਬੀ ਆਪਸ਼ਨ a rituals। ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ 73 what do the flower come to signify for Mary। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਆਪਣੇ ਕੋਲ ਆ 73 ਦਾ ਕੁਐਸਚਨ ਦਾ ਆਨਸਰ ਕੀ ਹੈ? ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਇਹ ਫਾਈਨਲ ਚਾਂਸ ਟੂ ਕਨੈਕਟ ਵਿਦ ਹਰ ਗ੍ਰੈਂਡ ਮਦਰ। 74 ਕੀ ਹੈ? ਇਟ ਵਾਜ਼ ਚਿੱਲੀ ਮੋਰਨਿੰਗ ਇਨ ਲੇਟ ਅਕਤੂਬਰ ਵੈਨ ਮੈਰੀ ਗੋਟ ਦਾ ਕਾਲ, ਦਾ ਵਰਡ ਚਿੱਲੀ ਇਨ ਦੀ ਸੈਂਟੈਂਸ ਹੈਜ਼ ਬੀਨ ਯੂਜ਼ਡ ਐਜ਼ ਨਾਊਨ, ਵਰਬ, ਐਡਜੈਕਟਿਵ ਜਾਂ ਐਡਵਰਬ। ਤਾਂ 74 ਦਾ ਕੀ ਆਪਸ਼ਨ ਆਏਗਾ? ਸੀ ਆਪਸ਼ਨ ਐਡਜੈਕਟਿਵਸ। Next question, each time Mary placed a flower in the picture, her grandmother's eyes would light up and they would have a splendid conversation. The word light up in the sentence has been used। The 75 ਦਾ question ਕੀ ਆਏਗਾ? B option phrasal verb।
76 the system of pattern of arrangement or sentences is known as morphology, syntax, semiotics ਜਾਂ ग्राफेमिक्स आ गया। तो 76 का आंसर की बनेगा बी ऑप्शन सिंटैक्स। नेक्स्ट क्वेश्चन 77 मिस्टर जोइका रीइंट्रोड्यूस द प्रीवियस taught vocabulary and structure wherever logically or possible in her classroom. Which approach is Mr. Jyotika using? Multiple line of approach, situational approach, structural approach ਜਾਂ spiritual spiral approach। ਤਾਂ 77 ਦਾ ਕੀ ਆਪਸ਼ਨ ਆ ਜਾਏਗਾ डी ऑप्शन इज द राइट आंसर स्पाइरल अप्रोच। क्वेश्चन नंबर 78 की है और टीचिंग प्रोसीड्स एनी फॉर्म ऑफ रीडिंग एंड राइटिंग दिस इज एन एसेंशियल फीचर ऑफ विच ऑफ द फॉलोइंग मैथड। ग्रामर ट्रांजिशन मैथड आ गया, बाईलैंगुअल मैथड आ गया, डायरैक्ट मैथड आ गया ਜਾਂ ਪ੍ਰੈਗਮੈਟਿਕ मैथड। तो 78 क्वेश्चन का जो आंसर सही मन्निया होया इन्होंने सी ऑप्शन इज द राइट आंसर। 79 क्वेश्चन अपने को किया गया द करैक्टरिस्टिक्स ऑफ एन एक्सपैक्टेड टीचिंग मॉडल ऑफ इंग्लिश आर। तो 79 का जो सही आंसर उन्होंने की मन्निया होया ए इंटैलीजिबिलिटी, सोशल एंड एक्सैप्टेबिलिटी एंड टीचेबिलिटी। नैक्सट क्वेश्चन आप देखते हैं 80 विच ऑफ द फॉलोइंग इज नॉट ए मूवेबल ऑर्गन ऑफ स्पीच। लिप्स, नसल एक्टिव कैविटी या योविला और लोअर जाब्स। तो 80 क्वेश्चन का की है बी ऑप्शन नसल कैविटी। नैक्सट क्वेश्चन 81 की है विच टाइप ऑफ रीडिंग शुड बी इनकरेज्ड फॉर एस्टेब्लिशिंग कल्चर कॉन्टैक्ट विद द ग्रेट माइंड्स एंड टू इन लार्ज पपल्स स्फीयर ऑफ नॉलेज। तो 81 क्वेश्चन का ऑप्शन की है बी एक्सटेंसिव रीडिंग। नैक्सट क्वेश्चन अपने को है नैक्सट क्वेश्चन 82 मिस्टर नमिता इज कंसिडर्ड अबाउट द इनडिस्टिंक्ट एंड शैबी हैंड राइटिंग ऑफ सम स्टूडेंट्स इन हर इंग्लिश क्लास। विच ऑफ द फॉलोइंग वुड शुड मिस नमिता यूज टू हैल्प द स्टूडेंट। तो की करना चाहिए उन्होंने 82 ਦੇ ਵਿੱਚ ਹੈਗਾ सी ऑप्शन इज द राइट आंसर यूज द ट्रांसक्रिप्शन बुक। नैक्सट क्वेश्चन की द बल्क ऑफ इंग्लिश वोकैबुलरी आइटम कैन बी क्लासीफाइड इनटू 4 डिस्टिंक्ट ग्रुप ऑफ वर्ड। सिलेक्ट द करैक्ट आउट ऑफ विच। तो 83 की है बी ऑप्शन इज द राइट आंसर जोड़ा सही आंसर के आता अपने को ऑफिशियल जी आंसर की उसके अकॉर्डिंग। तो क्वेश्चन नंबर 84 की है मिस्टर राव इंसिस्ट द ग्रामर ऑफ यूज। द ग्रामर इज इन ऑपरेशन शुड बी टॉट टू द लर्नर इन ए लैंग्वेज क्लास। विच टाइप ऑफ ग्रामर इज बीइंग रेफर टू इन द अबव स्टेटमेंट। तो 84 क्वेश्चन का अपने को आ जाएगा 84 का ए फंक्शनल ग्रामर। 85 अपने को की है इफ ए लर्नर मेक्स मिसटेक द एंड करैक्ट हिमसैल्फ वट टाइप ऑफ एरर डज द लर्नर मेक। तो 85 का जो सही आंसर उन्होंने मन्निया होया सी पोस्ट सिस्टमैटिक एरर। 86 अपने को विच स्ट्रैटजी ऑफ प्रोसैसिंग डज द लिसनर यूज वैन ही शी डिपेंड्स ऑन रिसीवड इनफॉर्मेशन टू अंडरस्टैंड द मीनिंग। तो 86 का की है ये बॉटम अप प्रोसैसिंग। 87 की है वाई द मल्टीलैंग्वेजिज्म इज विवड एज ए पावरफुल टूल इन द लैंग्वेज क्लासरूम। तो 87 क्वेश्चन का की है सी ऑप्शन जोड़ा मन्निया गया सही इट इनेबल द लर्नर टू इंटरैक्ट विद क्रॉस सैक्शन ऑफ पीपल ऑफ वेरियस लिंग्विस्टिक ग्रुप। 88 की अपने को आ गया नैक्सट इन विच ऑफ द फॉलोइंग लैंग्वेज इज कंसिडर्ड एज कॉग्निटिव होल वेयर कॉन्टेक्स्ट इज इंपॉर्टेंट एंड मीनिंग इज मोर इंपॉर्टेंट दैन फॉर्म। तो 88 का की है सी ऑप्शन इंटीग्रेटिव लिसनिंग टेस्टिंग। क्वेश्चन नंबर 89 अपने को की है बिफोर प्लैनिंग रिमीडियल टीचिंग द टीचर वांट्स टू अंडरस्टैंड डिफरेंस बिटवीन स्टूडेंट्स एक्चुअल बिहेवियर एंड एक्सपेक्टेड बिहेवियर विच काइंड ऑफ टेस्ट शुड बी डिजाइंड अचीवमेंट टेस्ट, डायग्नोस्टिक टेस्ट, एप्टीट्यूड टेस्ट या प्रोफेंसी टेस्ट। तो 89 तक ये बी ऑप्शन आएगा डायग्नोस्टिक टेस्ट। क्वेश्चन नंबर अपने को आएगा 90 वट शुड बी डन टू टेस्ट द एबिलिटी ऑफ आर नेचुरल कम्युनिकेशन इन रियल लाइफ सिचुएशन। मेक द स्टूडेंट पार्टिसिपेट इन रोल प्ले, मेक द स्टूडेंट पार्टिसिपेट इन ग्रुप डिस्कशन, आस्क द स्टूडेंट टू नरेट द एनी कोट्स या आस्क द स्टूडेंट टू मेक द अनाउंसमेंट्स। तो 90 का की ऑप्शन जोड़ा मन्निया गया इतने अपने को सही ऑप्शन जी है 19 की ए। तो ये जोड़े क्वेश्चन जोड़े है 1 तो लैके 90 तक 3 जोड़े पोर्शन ऑफिशियली आंसर की जी कंप्लीट हो जाती है। तो उम्मीद करदा कि ये जी वीडियो तुहाडे वास्ते हैल्पफुल होगी और इस तरह की होर सारी वीडियोज़ देखने वास्ते प्लीज़ चैनल को सबसक्राइब तो लाइक जरूर करियो। जो बाकी वाला पोर्शन रह गया अपने को सैट ए ही डिस्कस करांगे आपां तो इत्थे आपां सैट ए डिस्कस किया होया। तो मैथ तो साइंस की जी कंप्लीट वीडियो जी नैक्सट तुहानूं मिल जूगी और उन्होंने आपां डिस्कस भी करांगे नाल दी नाल और विद दी ऑफिशियल आंसर के आपां नैक्सट वीडियो दे विच डिस्कस करांगे। तो अज लई बस इन्ना ही।
ਧੰਨਵਾਦ।